ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲੀ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਾਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਵਿੱਚ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਸੈਂਕੜੇ ਗ੍ਰਿਫਤਾਰ। ਕੈਨੇਡਾ 'ਚ ਟੈਕਸੀ ਸਵਾਰੀਆਂ ਤੋਂ 3 ਕਰੋੜ ਠੱਗਣ ਵਾਲੇ 5 ਭਾਰਤੀਆਂ ਸਣੇ 11 ਕਾਬੂ। 15 ਦਿਨਾਂ ਦੇ ਅੰਦਰ ਮਿਲ ਜਾਵੇਗਾ ਵੋਟਰ ਪਛਾਣ ਪੱਤਰ। ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਨਵੀਂ ਪ੍ਰਕਿਰਿਆ। ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਲਈ ਬਲੈਕ ਬਾਕਸ ਭੇਜਿਆ ਜਾਵੇਗਾ ਅਮਰੀਕਾ। ਅਮਰੀਕਾ 'ਚ ਭਾਰਤੀ ਗੁਜਰਾਤੀ ਵਿਅਕਤੀ ਨੂੰ ਟੈਕਸ ਚੋਰੀ ਮਾਮਲੇ 'ਚ ਕੈਦ ਦੀ ਸਜ਼ਾ। ਬੰਬ ਦੀ ਧਮਕੀ ਨਾਲ ਫਲਾਈਟ ਵਿੱਚ ਮਚਿਆ ਹੜਕੰਪ। ਬੋਇੰਗ 737 ਵਿਮਾਨ ਦੀ ਐਮਰਜੈਂਸੀ ਲੈਂਡਿੰਗ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਵਿੱਚ ਤਾਜ਼ਾ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ। ਆਈਸ ਵੱਲੋਂ ਲੁਈਜ਼ੀਆਨਾ ਦੇ ਡੈਲਟਾ ਡਾਊਨਜ਼ ਰੈਸਟੋਰੈਂਟ, ਹੋਟਲ ਅਤੇ ਕੈਸੀਨੋ ਵਿਖੇ ਕੀਤੀ ਗਈ ਕਾਰਵਾਈ ਦੌਰਾਨ ਘੱਟੋ-ਘੱਟ 84 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨਿਊ ਔਰਲੀਨਜ਼ ਵਿਖੇ ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਡਾਇਰੈਕਟਰ ਸਟੀਵਨ ਨੇ ਇਹ ਦੱਸਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਜ਼ਗਾਰ ਦੇਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ। ਅਮਰੀਕਾ ਦੇ ਅਰਥਚਾਰੇ ਨੂੰ ਢਾਹ ਲਾਉਣ ਵਾਲੇ ਬਖਸ਼ੇ ਨਹੀਂ ਜਾਣਗੇ, ਜੇ ਸਥਾਨਕ ਕਾਮਿਆਂ ਦੀ ਬਜਾਏ ਸਸਤੀਆਂ ਦਰਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਦਿੰਦੇ ਹਨ। ਦੂਜੇ ਪਾਸੇ ਰੈਸਟੋਰੈਂਟ ਦੀ ਮਾਲਕ ਬੋਇਡ ਗੇਮਿੰਗ ਕਾਰਪੋਰੇਸ਼ਨ ਦੇ ਬੁਲਾਰੇ ਡੇਵਿਡ ਨੇ ਕਿਹਾ ਹੈ ਕਿ ਫੈਡਰਲ ਕਾਨੂੰਨ ਮੁਤਾਬਕ ਹੀ ਪ੍ਰਵਾਸੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਅਤੇ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਮੁਕੰਮਲ ਸਹਿਯੋਗ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਲੁਈਜ਼ੀਆਨਾ ਦੇ ਨਾਲ ਸੰਬੰਧਿਤ ਪ੍ਰਵਾਸੀ ਜਥੇਬੰਦੀ ਦੀ ਆਰਗੇਨਾਈਜ਼ੇਸ਼ਨ ਰੇਚਲ ਟੇਬਰ ਨੇ ਛਾਪਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਡੇ ਮੁਲਕ ਦਾ ਅਰਥਚਾਰਾ ਪ੍ਰਵਾਸੀਆਂ ਤੇ ਨਿਰਭਰ ਹੈ ਅਤੇ ਜਦੋਂ ਇੱਕ ਪਾਸੜ ਕਾਰਵਾਈ ਕੀਤੀ ਜਾਵੇਗੀ ਤਾਂ ਸਿਰਫ ਅਰਥਚਾਰਾ ਹੀ ਨਹੀਂ ਸਗੋਂ ਪੂਰਾ ਸਮਾਜ ਪ੍ਰਭਾਵਿਤ ਹੋਵੇਗਾ। ਇੱਥੇ ਦੱਸਣਾ ਬੰਦ ਹੈ ਕਿ ਇਮੀਗ੍ਰੇਸ਼ਨ ਵਾਲੇ ਹੁਣ ਛਾਪਿਆਂ ਦੀ ਕਵਰੇਜ ਕਰਨ ਪੁੱਜੇ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ ਰਹੇ। ਐਟਲਾਂਟਾ ਵਿਖੇ ਰੋਸ ਵਿਖਾਵੇ ਦੀ ਕਵਰੇਜ ਕਰ ਰਹੇ 47 ਸਾਲ ਦੇ ਸਪੈਨਿਸ਼ ਪੱਤਰਕਾਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਜ਼ਮਾਨਤ ਤੇ ਰਿਹਾਈ ਮਿਲੀ ਤਾਂ ਆਈਸ ਵਾਲਿਆਂ ਨੇ ਫੜ ਕੇ ਡਿਟੈਂਸ਼ਨ ਸੈਂਟਰ ਵਿੱਚ ਰੱਖ ਦਿੱਤਾ। ਗ੍ਰਿਫਤਾਰੀ ਦੀ ਵੀਡੀਓ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਪੈਨਿਸ਼ ਪੱਤਰਕਾਰ ਆਪਣੇ ਸਾਥੀਆਂ ਨਾਲ ਰੋਸ ਵਿਖਾਵੇ ਦੀ ਲਾਈਵ ਕਵਰੇਜ ਕਰ ਰਿਹਾ ਅਤੇ ਪੁਲਿਸ ਮੁਲਾਜ਼ਮ ਉਸ ਨੂੰ ਹੱਥਕੜੀਆਂ ਲਾ ਦਿੰਦੇ ਹਨ। ਪੱਤਰਕਾਰ ਵੱਲੋਂ ਮੀਡੀਆ ਟੀਮ ਦਾ ਮੈਂਬਰ ਹੋਣ ਦੀ ਦੁਹਾਈ ਦਿੱਤੀ ਜਾਂਦੀ ਹੈ ਪਰ ਕੋਈ ਨਹੀਂ ਸੁਣਦਾ। ਇਸ ਦੇ ਉਲਟ ਪੁਲਿਸ ਵੱਲੋਂ ਜਾਰੀ ਗ੍ਰਿਫਤਾਰੀ ਵਾਰੰਟਾਂ ਵਿੱਚ ਦਲੀਲ ਦਿੱਤੀ ਗਈ ਕਿ ਸਪੈਨਿਸ਼ ਪੱਤਰਕਾਰ ਰੋਡਵੇਜ਼ ਤੋਂ ਹਟਣ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ, ਪਰ ਉਸ ਦੀ ਲੀਗਲ ਟੀਮ ਨੇ ਦਾਅਵਾ ਕੀਤਾ ਕਿ ਉਹ ਆਪਣਾ ਫਰਜ਼ ਨਿਭਾ ਰਿਹਾ ਸੀ ਅਤੇ ਉਸਨੇ ਕੋਈ ਕਾਨੂੰਨ ਨਹੀਂ ਤੋੜਿਆ। ਪੁਲਿਸ ਦਾ ਕਹਿਣਾ ਹੈ ਕਿ ਮੁਜ਼ਾਹਰਕਾਰੀਆਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਜਾਣੇ ਸਨ ਅਤੇ ਇਸ ਵਾਸਤੇ ਇਲਾਕੇ ਵਿੱਚ ਕੋਈ ਪੱਤਰਕਾਰ ਜਾਂ ਹੋਰ ਸ਼ਖਸ ਮੌਜੂਦ ਨਹੀਂ ਸੀ ਹੋਣਾ ਚਾਹੀਦਾ। ਇੱਥੇ ਦੱਸਣਾ ਬੰਦ ਹੈ ਕਿ ਸੋਸ਼ਲ ਮੀਡੀਆ ਤੇ ਸਪੈਨਿਸ਼ ਪੱਤਰਕਾਰ ਦੇ ਤਕਰੀਬਨ 8 ਲੱਖ ਫਾਲੋਅਰਸ ਹਨ ਅਤੇ ਇਮੀਗ੍ਰੇਸ਼ਨ ਦੇ ਮੁੱਦਿਆਂ ਬਾਰੇ ਉਹ ਵੱਧ ਚੜ੍ਹ ਕੇ ਕਵਰੇਜ ਕਰਦਾ ਹੈ। ਟੋਰਾਂਟੋ ਪੁਲਿਸ ਨੇ ਪ੍ਰੋਜੈਕਟ ਫੇਅਰ ਤਹਿਤ ਜਾਂਚ ਕਰਨ ਉਪਰੰਤ 5 ਭਾਰਤੀ ਸਮੇਤ 11 ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਆਪਣੀ ਟੈਕਸੀ ਵਿੱਚ ਸਫ਼ਰ ਕਰ ਰਹੀ ਸਵਾਰੀ ਤੋਂ ਕਿਰਾਇਆ ਲੈਂਦੇ ਸਮੇਂ ਉਸ ਦਾ ATM ਕਾਰਡ ਬਦਲ ਲੈਂਦੇ ਤੇ ਬਾਅਦ ਵਿੱਚ ਉਸ ਦੀ ਵਰਤੋਂ ਕਰਦਿਆਂ ਰਾਸ਼ੀ ਉਡਾ ਦਿੰਦੇ ਸਨ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਟੈਕਸੀ ਚਾਲਕਾਂ 300 ਲੋਕਾਂ ਨਾਲ $5 ਲੱਖ ਯਾਨੀ ਕਿ ਕਰੀਬ 3 ਕਰੋੜ ਰੁਪਏ ਦੀ ਰਾਸ਼ੀ ਕਢਾ ਚੁੱਕੇ ਹਨ। ਇਸ ਦੌਰਾਨ ਕਾਬੂ ਕੀਤੇ ਭਾਰਤੀਆਂ ਦੀ ਪਛਾਣ ਇਕਜੋਤ ਨਾਹਲ, ਹਰਜੋਬਨ ਨਾਹਲ, ਹਰਪ੍ਰੀਤ ਸਿੰਘ, ਗੁਰਨੂਰ ਰੰਧਾਵਾ, ਗੌਰਵ ਤਾਕ ਵਜੋਂ ਹੋਈ ਹੈ। ਪੁਲਿਸ ਬਾਰੇ ਡੇਵਿਡ ਕੋਫੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਸੈਂਕੜੇ ਬੈਂਕ ਕਾਰਡ, ਮਸ਼ੀਨਾਂ ਸਮੇਤ ਕਈ ਹੋਰ ਉਪਕਰਨ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਇੱਕ ਗਰੋਹ ਵਜੋਂ ਕੰਮ ਕਰਦੇ ਸਨ। ਟੈਕਸੀ ਵਿੱਚ ਬੈਠੀ ਸਵਾਰੀ ਤੋਂ ਪੈਸੇ ਲੈਣ ਮੌਕੇ ਉਹ ਤਰੀਕੇ ਨਾਲ ਕਾਰਡ ਲੈ ਕੇ ਉਸ ਤੋਂ ਪਿਨ ਪੁੱਛਦੇ ਅਤੇ ATM ਕਾਰਡ ਬਦਲ ਕੇ ਸਵਾਰੀ ਨੂੰ ਹੋਰ ਕਾਰਡ ਦੇ ਦਿੰਦੇ, ਜਿਸ ਤੋਂ ਬਾਅਦ ਉਹ ਸਵਾਰੀ ਦੇ ਖਾਤੇ ਵਿੱਚੋਂ ਸਾਰੀ ਰਕਮ ਕਢਵਾ ਲੈਂਦੇ ਸਨ। ਪੁਲਿਸ ਅਨੁਸਾਰ ਉਹਨਾਂ ਦੇ ਕੋਲ ਇਸ ਤਰ੍ਹਾਂ ਦੀਆਂ ਧੋਖਾਧੜੀ ਦੀਆਂ 300 ਤੋਂ ਵੱਧ ਸ਼ਿਕਾਇਤਾਂ ਆਈਆਂ ਸਨ। ਉਸਨੇ ਦੱਸਿਆ ਕਿ ਮੁਲਜ਼ਮ ਟੈਕਸੀ ਦੀ ਥਾਂ ਤੇ ਆਮ ਕਾਰ ਦੀ ਵਰਤੋਂ ਕਰਦੇ ਸਨ ਅਤੇ ਟੈਕਸੀ ਵਰਗੇ ਸਟicker ਲਾ ਕੇ ਸਵਾਰੀਆਂ ਨੂੰ ਭਰਮਾ ਲੈਂਦੇ। ਵੋਟਰ ਸੂਚੀ 'ਚ ਨਵੀਂ ਐਂਟਰੀ ਜਾਂ ਕਿਸੇ ਤਰ੍ਹਾਂ ਦੀ ਅਪਡੇਟ ਤੋਂ ਬਾਅਦ 15 ਦਿਨਾਂ ਦੇ ਅੰਦਰ ਵੋਟਰ ਪਛਾਣ ਪੱਤਰ ਵੋਟਰ ਤੱਕ ਪੁੱਜ ਜਾਵੇਗਾ। ਇਸ ਲਈ ਚੋਣ ਕਮਿਸ਼ਨ ਨੇ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ। ਜੀ ਹਾਂ, ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਵੋਟਰ ਪਛਾਣ ਵੋਟਰ ਤੱਕ ਪੁੱਜਣ 'ਚ 1 ਮਹੀਨੇ ਦਾ ਸਮਾਂ ਲੱਗਦਾ ਹੈ। ਨਵੀਂ ਪ੍ਰਣਾਲੀ ਤਹਿਤ ਵੋਟਰ ਫੋਟੋ ਪਛਾਣ ਪੱਤਰ ਬਣਨ ਤੋਂ ਲੈ ਕੇ
डाक विभाग जरिए वोटर तक पुजन तक हर पड़ाव की अपडेट बारे वोटर ਨੂੰ SMS जरिए जानकारी दी जाएगी। इसलिए ECI नेट प्लेटफॉर्म का शुभ आरंभ किया गया है, जिससे एक विशेष IT मॉड्यूल तैयार किया गया है। ਇਹ ਨਵਾਂ ਪਲੇਟਫਾਰਮ ਪੁਰਾਣੀ ਪ੍ਰਕਿਰਿਆ ਦੀ ਥਾਂ ਲਵੇਗਾ ਤੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਤੇ ਤੇਜ਼ ਬਣਾਏਗਾ। ਪੂਰੀ ਪ੍ਰਣਾਲੀ ਦਾ ਪੁਨਰ ਗਠਨ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਦੱਸਿਆ ਕਿ ਡਾਕ ਵਿਭਾਗ ਦਾ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ ECI ਨੈਟ ਨਾਲ ਜੋੜਿਆ ਜਾਵੇਗਾ ਤਾਂ ਜੋ ਵੋਟਰ ਪਛਾਣ ਪੱਤਰ ਸੁਚਾਰੂ ਤੌਰ ਤੇ ਪਹੁੰਚਾਇਆ ਜਾ ਸਕੇ। ਇਸ ਪਹਿਲ ਦਾ ਮਕਸਦ ਸੇਵਾਵਾਂ ਦੀ ਗੁਣਵੱਤਾ ਤੇ ਡਾਟਾ ਦੀ ਸੁਰੱਖਿਆ ਬਣਾਈ ਰੱਖਣਾ ਹੈ। कमीशन ने दस्सिया कि पिछले 4 महीनों वोटरां दे हित च कई नवी पहल कीतियां गईयां हन। अहमदाबाद विच एयर इंडिया जहाज हादसे की जांच विच एक नवा मोड़ आया। लंडन के गैटविक हवाई अड्डे लई उड़ान भरन वाली बोइंग 787 ड्रीमलाइनर के काले बॉक्स नूं भारी नुकसान पहुंचा है, जिस कारण भारत विच डाटा का नतीजा निकालना असंभव है। सूत्रों ने अनुसार अमेरिका के नैशनल ट्रांसपोर्टेशन सेफ्टी बोर्ड की वाशिंगटन की वरतों करने लई अमेरिका के काले बॉक्स से हुण विश्लेषण ਲਈ ਭੇਜਿਆ ਜਾਵੇਗਾ। ਦੱਸ ਦੇ ਕਿ 12 ਜੂਨ 2025 ਨੂੰ 에ਅਰ ਇੰਡੀਆ ਦੀ ਉਡਾਨ AI-171 ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ 36 ਘੰਟਾ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ 241 ਯਾਤਰੀਆਂ ਤੇ 10 ਚਾਲਕ ਦਲ ਦੇ ਮੈਂਬਰ ਸਮੇਤ 274 ਲੋਕ ਮਾਰੇ ਗਏ। ਜਹਾਜ਼ ਨੇੜਲੇ ਮੇਘਾਨੀ ਨਗਰ ਵਿੱਚ ਇੱਕ ਮੈਡੀਕਲ ਕਾਲਜ ਦੇ ਹੋਸਟਲ ਅਤੇ ਰਿਹਾਇਸ਼ੀ ਇਮਾਰਤਾਂ ਨਾਲ ਟਕਰਾ ਗਿਆ। ਹਾਦਸੇ ਤੋਂ ਪਹਿਲਾਂ ਪਾਇਲਟ ਕੈਪਟਨ ਸੁਮਿਤ ਸਬਰਵਾਲ ਨੇ ਇੱਕ ਮੇਡੇ ਕੋਲ ਜਾਰੀ ਕੀਤੀ, ਜੋ ਕਿ ਹਾਦਸੇ ਦਾ ਆਖਰੀ ਸੁਨੇਹਾ ਸੀ। ਕਾਕਪਿਟ ਵਾਇਸ ਰਿਕਾਰਡਰ ਅਤੇ ਫਲਾਈਟ ਡਾਟਾ ਰਿਕਾਰਡਰ, ਜਿਸ ਨੂੰ ਸਾਮੂਹਿਕ ਤੌਰ ਤੇ ਬਲੈਕ ਬਾਕਸ ਕਿਹਾ ਜਾਂਦਾ ਹੈ, ਜੋ ਕਿ ਜਾਂਚ ਲਈ ਮਹੱਤਵਪੂਰਨ ਹੈ, ਹਾਦਸੇ ਤੋਂ 2 ਦਿਨ ਬਾਅਦ ਮਲਬੇ ਵਿੱਚੋਂ ਬਰਾਮਦ ਕਰ ਲਏ ਗਏ ਸਨ। ਹਾਲਾਂਕਿ ਹਾਦਸੇ ਤੋਂ ਬਾਅਦ ਲੱਗੀ ਅੱਗ ਅਤੇ ਵਿਆਪਕ ਨੁਕਸਾਨ ਦੇ ਕਾਰਨ ਭਾਰਤ ਵਿੱਚ ਡਾਟਾ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਮਾਹਰਾਂ ਦਾ ਦੱਸਣਾ ਹੈ ਕਿ ਬਲੈਕ ਬਾਕਸ ਉਡਾਨ ਦੇ ਆਖਰੀ ਪਲਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ, ਜਿਵੇਂ ਕਿ ਉਚਾਈ, ਗਤੀ, ਕਾਕਪਿਟ ਗੱਲਬਾਤ, ਜੋ ਕਿ ਹਾਦਸੇ ਦੇ ਕਾਰਨ ਨੂੰ ਜਾਣਨ ਵਿੱਚ ਮਹੱਤਵਪੂਰਨ ਹੋਵੇਗੀ। ਭਾਰਤ ਦੇ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਅਮਰੀਕਾ, UK ਅਤੇ ਬੋਇੰਗ ਦੇ ਮਾਹਰ ਵੀ ਸ਼ਾਮਲ ਸਨ। NTSB ਦੀ ਮਦਦ ਨਾਲ ਡਾਟਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੌਰਾਨ ਭਾਰਤੀ ਅਧਿਕਾਰੀ ਵੀ ਮੌਜੂਦ ਰਹਿਣਗੇ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ। ਬੀਤੇ ਦਿਨ ਅਮਰੀਕਾ ਵਿੱਚ ਭਾਰਤੀ ਗੁਜਰਾਤੀ ਯਗਨੇਸ਼ ਪ੍ਰਵੀਨ ਬਾਈ ਪਟੇਲ ਨਾਮਕ ਇੱਕ ਕਾਰੋਬਾਰੀ ਨੂੰ ਅਦਾਲਤ ਨੇ $30 ਲੱਖ ਤੋਂ ਵੱਧ ਦੀ ਟੈਕਸ ਚੋਰੀ ਕਰਨ ਦੇ ਦੋਸ਼ ਵਿੱਚ 5 ਸਾਲ ਦੀ ਮੁਅੱਤਲ ਕੈਦ ਦੀ ਸਜ਼ਾ ਸੁਣਾਈ ਹੈ। ਯਗਨੇਸ਼ ਨੇ ਅਦਾਲਤ 'ਚ ਰਾਜ ਦੇ ਟੈਕਸਾਂ ਤੋਂ ਬਚਣ ਤੇ ਅਪਰਾਧ ਨੂੰ ਕਬੂਲ ਕਰ ਲਿਆ। ਯਗਨੇਸ਼ ਪਟੇਲ ਦੱਖਣੀ ਕੈਰੋਲੀਨਾ ਦੇ ਪੀਡਮੌਂਟ ਦਾ ਵਸਨੀਕ ਹੈ ਅਤੇ ਗ੍ਰੀਨਵਿਲ, ਪਿੰਕਸ, ਐਡਰਸਨ ਅਤੇ ਸਪਾਰਟਨਬਰਗ ਕਾਉਂਟੀਆਂ ਵਿੱਚ ਯਾਦੀ ਗਰੁੱਪਸ LLC ਅਤੇ ਯਾਦੀ ਸਪਿਰਿਟਸ LLC ਦੇ ਨਾਵਾਂ ਹੇਠ ਆਪਣੀ ਸਟੋਰ ਚਲਾਉਂਦਾ ਸੀ। ਦੱਖਣੀ ਕੈਰੋਲੀਨਾ ਦੇ ਮਾਲ ਵਿਭਾਗ ਅਨੁਸਾਰ ਯਗਨੇਸ਼ ਨੇ ਰਾਜ ਟੈਕਸ ਚੋਰੀ ਦਾ ਦੋਸ਼ ਮੰਨਿਆ ਅਤੇ ਆਪਣੇ ਟਰਨਓਵਰ ਨੂੰ ਘੱਟ ਰਿਪੋਰਟ ਕਰਨ ਦੀ ਗੱਲ ਕਬੂਲ ਕੀਤੀ ਹੈ, ਜਿਸ ਨਾਲ ਇੱਕ ਵੱਡੀ ਟੈਕਸ ਚੋਰੀ ਹੋਈ। ਯਗਨੇਸ਼ ਦੇ ਗ੍ਰਿਫਤਾਰੀ ਵਾਰੰਟ ਅਨੁਸਾਰ ਉਸਨੇ 2016 ਅਤੇ 2021 ਵਿਚਕਾਰ ਸਿਰਫ $70 ਲੱਖ ਦੀ ਟੈਕਸ ਯੋਗ ਵਿਕਰੀ ਦੀ ਰਿਪੋਰਟ ਕੀਤੀ। ਹਾਲਾਂਕਿ ਉਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਯਗਨੇਸ਼ ਦਾ ਅਸਲ ਕਾਰੋਬਾਰ 4.2 ਮਿਲੀਅਨ ਸੀ, ਜੋ ਕਿ ਉਸਨੇ ਆਪਣੇ ਰਿਕਾਰਡਾਂ ਤੇ ਦਿਖਾਏ ਟੈਕਸ ਯੋਗ ਵਿਕਾਰੀ ਦੇ ਮੁਕਾਬਲੇ ਸੀ। ਯਗਨੇਸ਼ ਤੇ ਸਤੰਬਰ 2024 ਵਿੱਚ ਟੈਕਸ ਚੋਰੀ ਕਰਨ ਦੇ 6 ਦੋਸ਼ ਲਗਾਏ ਗਏ ਸਨ, ਕਿਉਂਕਿ ਉਸਨੇ ਟੈਕਸ ਚੋਰੀ ਕਰਨ ਦੇ ਇਰਾਦੇ ਨਾਲ ਆਪਣੇ ਟਰਨਓਵਰ ਨੂੰ ਘੱਟ ਦੱਸਿਆ ਸੀ ਅਤੇ ਉਸ ਸਮੇਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਐਡਸਨ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ ਸੀ। ਦੋਸ਼ੀ ਯਗਨੇਸ਼ ਨੇ ਬੀਤੀ 10 ਜੂਨ ਨੂੰ ਟੈਕਸ ਚੋਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਮੰਨਿਆ ਗਿਆ, ਪਰ ਉਸ ਨੂੰ ਇਹ ਵੀ ਮੰਨਿਆ ਕਿ ਉਹ 6 ਸਾਲਾਂ ਤੋਂ ਵਿਕਰੀ ਦੀ ਘੱਟ ਰਿਪੋਰਟਿੰਗ ਕਰਕੇ ਟੈਕਸ ਚੋਰੀ ਕਰ ਰਿਹਾ ਸੀ। ਯਗਨੇਸ਼ ਦੇ ਦੋਸ਼ੀ ਮੰਨਣ ਤੋਂ ਬਾਅਦ ਸਰਕਟ ਜੱਜ ਵਾਲਟਨ ਨੇ ਉਸ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਹਨਾਂ 5 ਸਾਲਾਂ ਦੌਰਾਨ ਜੇਲ੍ਹ ਭੇਜਣ ਦੀ ਬਜਾਏ ਯਗਨੇਸ਼ ਨੂੰ ਪ੍ਰਮੋਸ਼ਨ ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਸ ਨੂੰ $2,31,000 ਟੈਕਸ ਬੈਂਕ ਵਿੱਚ ਵੀ ਜਮ੍ਹਾਂ ਕਰਵਾਉਣੇ ਪੈਣਗੇ। ਜੇਕਰ ਯਗਨੇਸ਼ ਮੁਆਵਜ਼ੇ ਦੀ ਰਕਮ ਜਲਦੀ ਅਦਾ ਕਰਦਾ ਹੈ ਤਾਂ ਉਸ ਦੀ ਪ੍ਰੋਬੇਸ਼ਨ ਵੀ ਜਲਦੀ ਖਤਮ ਹੋ ਜਾਏਗੀ। ਅਮਰੀਕਾ ਵਿੱਚ ਆਪਣੇ ਸਟੋਰਾਂ ਜਾਂ ਗੈਸ ਸਟੇਸ਼ਨਾਂ ਦੇ ਮਾਲਕ ਬਹੁਤ ਸਾਰੇ ਏਸ਼ੀਆਈ ਲੋਕ ਟੈਕਸਾਂ ਤੋਂ ਬਚਣ ਲਈ ਆਪਣੇ ਸਟੋਰਾਂ ਦੇ ਵਿੱਚ ਕੀਤੀ ਗਈ ਵਿਕਰੀ ਨੂੰ ਘੱਟ ਦੱਸਦੇ ਹਨ। 30,000 ਫੁੱਟ ਦੀ ਉਚਾਈ ਤੇ ਉੱਡ ਰਹੇ ਬੋਇੰਗ 737 ਵਿਮਾਨ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਕਰੂ ਮੈਂਬਰ ਨੇ ਵਿਮਾਨ ਵਿੱਚ ਬੰਬ ਹੋਣ ਦੀ ਧਮਕੀ ਭਰਿਆ ਨੋਟ ਮਿਲਿਆ। ਪਾਇਲਟ ਨੇ ਤੁਰੰਤ ATC ਨਾਲ ਸੰਪਰਕ ਕਰਕੇ ਨੇੜਲੇ 에ਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਵਾਈ। ਪੁਲਿਸ ਅਤੇ 에ਅਰਪੋਰਟ ਸੁਰੱਖਿਆ ਟੀਮ ਨੇ ਬੰਬ ਸਕੁਐਡ ਅਤੇ ਡੌਗ ਸਕੁਐਡ ਦੀ ਮਦਦ ਨਾਲ ਵਿਮਾਨ ਦੇ ਹਰੇਕ ਹਿੱਸੇ ਦੀ ਜਾਂਚ ਕੀਤੀ। ਯਾਤਰੀਆਂ ਦੇ ਸਮਾਨ ਦੀ ਵੀ ਚੈਕਿੰਗ ਹੋਈ, ਪਰ ਕੋਈ ਸੰਦੇਹਜਨਕ ਜਿਹੜੀ ਚੀਜ਼ ਨਹੀਂ ਮਿਲੀ।
ਜਾਂਚ ਮਗਰੋਂ ਫਲਾਈਟ ਨੰਬਰ BY6422 ਨੂੰ ਆਪਣੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ। ਵੀਰਵਾਰ ਸਵੇਰੇ ਲਗਭਗ 10:55 ਦੇ ਕੋਲ ਲੈਂਜ਼ਰੋਟ 에ਅਰਪੋਰਟ ਤੇ ਵਿਮਾਨ ਦੀ ਲੈਂਡਿੰਗ ਹੋਈ। ਇਹ ਵਿਮਾਨ ਸਵੇਰੇ 7 ਵਜੇ ਕਾਰਡਿਫ ਤੋਂ ਰਵਾਨਾ ਹੋਇਆ ਸੀ, ਪਰ ਫਲਾਈਟ ਵਿੱਚ ਬੰਬ ਹੋਣ ਦੀ ਝੂਠੀ ਧਮਕੀ ਕਾਰਨ 에ਅਰਪੋਰਟ ਤੇ ਲੈਂਡ ਹੋਣ ਵਾਲੀਆਂ 4 ਫਲਾਈਟਾਂ ਦੇਰੀ ਨਾਲ ਪਹੁੰਚੀਆਂ। ਸਪੇਨ ਦੀ ਸਿਵਲ ਗਾਰਡ ਨੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਬੰਬ ਹੋਣ ਦੀ ਧਮਕੀ ਭਰਿਆ ਨੋਟ ਕਿਸ ਨੇ ਲਿਖਿਆ ਸੀ। ਅਜਿਹੀਆਂ ਧਮਕੀਆਂ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਕਿਉਂਕਿ ਇਹ ਦਹਿਸ਼ਤ ਫੈਲਾਉਂਦੀਆਂ ਹਨ ਅਤੇ ਪਬਲਿਕ ਸੁਰੱਖਿਆ ਨੂੰ ਖਤਰੇ ਵਿੱਚ ਵੀ ਪਾਉਂਦੀਆਂ ਹਨ। ਅਜਿਹੇ ਕੰਮ ਲਈ ਜ਼ਿੰਮੇਵਾਰ ਵਿਅਕਤੀ ਜਾਂ ਲੋਕਾਂ ਨੂੰ ਭਾਰੀ ਕਾਨੂੰਨੀ ਨਤੀਜੇ ਭੁਗਤਣੇ ਪੈ ਸਕਦੇ ਹਨ। ਬਰਤਾਨੀਆ ਦੇ ਕਾਰਡਿਫ ਸ਼ਹਿਰ ਤੋਂ ਕੈਨਰੀ ਆਈਲੈਂਡ ਦੇ ਲੈਂਜ਼ਰੋਟੇ ਜਾ ਰਹੀ TUI 에ਅਰਲਾਈਨ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਲੈਂਜ਼ਰੋਟੇ ਧੁੱਪ ਸੇਕਣ ਵਾਲਿਆਂ ਲਈ ਮਸ਼ਹੂਰ ਟੂਰਿਸਟ ਸਥਾਨ ਹੈ। ਜਦੋਂ ਵਿਮਾਨ ਪੁਰਤਗਾਲ ਦੇ ਉੱਪਰ ਉੱਡ ਰਿਹਾ ਸੀ ਤਾਂ ਇੱਕ ਕਰੂ ਮੈਂਬਰ ਨੂੰ ਬਾਥਰੂਮ ਵਿੱਚ ਬੰਬ ਦੀ ਧਮਕੀ ਵਾਲਾ ਨੋਟ ਮਿਲਿਆ। ਪਾਇਲਟ ਨੇ ਤੁਰੰਤ ਹੀ ਸਪੇਨ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਵਿਮਾਨ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਸਪੇਨ ਦੇ ਸਿਵਲ ਗਾਰਡ ਨੇ AINA ਕੰਟਰੋਲ ਟਾਵਰ ਤੋਂ ਚੇਤਾਵਨੀ ਮਿਲਣ ਤੋਂ ਬਾਅਦ ਸੁਰੱਖਿਆ ਪ੍ਰੋਟੋਕਾਲ ਨੂੰ ਐਕਟਿਵ ਕਰ ਦਿੱਤਾ। ਸੁਰੱਖਿਆ ਮੁਹਿੰਮ ਸ਼ੁਰੂ ਹੋਈ ਅਤੇ ਵਿਮਾਨ ਦੀ ਪੂਰੀ ਜਾਂਚ ਕੀਤੀ ਗਈ, ਪਰ ਕੋਈ ਵੀ ਧਮਾਕੇ ਵਾਲੀ ਵਸਤੂ ਨਹੀਂ ਮਿਲੀ। ਪੈਸੇਂਜਰਸ ਨੂੰ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢ ਕੇ ਉਹਨਾਂ ਦੇ ਸਮਾਨ ਦੀ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਕਿ ਮਈ ਮਹੀਨੇ 'ਚ EasyJet ਦੇ ਇੱਕ ਫਲਾਈਟ 'ਚ ਇੱਕ ਯਾਤਰੀ ਨੇ ਬੰਬ ਚੀਕ ਕੇ ਹੜਕੰਪ ਮਚਾ ਦਿੱਤਾ ਸੀ। ਯਾਤਰੀ ਦੀ ਇਸ ਹਰਕਤ ਨੇ ਪਾਇਲਟ ਨੂੰ ਮਜਬੂਰ ਕਰ ਦਿੱਤਾ ਕਿ ਉਹ ਜਰਮਨੀ ਵਿੱਚ ਵਿਮਾਨ ਉਤਾਰੇ। ਇਹ ਔਰਤ ਤੁਰਕੀ ਤੋਂ ਮੈਨਚੈਸਟਰ ਜਾਣ ਵਾਲੀ ਉਡਾਨ 'ਚ ਅਕੇਲੀ ਯਾਤਰਾ ਕਰ ਰਹੀ ਸੀ। ਅਚਾਨਕ ਉਹ ਬੰਬ ਚੀਕਣ ਲੱਗ ਪਈ। ਪਾਇਲਟ ਨੂੰ ਤੁਰੰਤ ਰੂਟ ਬਦਲ ਕੇ ਫ੍ਰੈਂਕਫਰਟ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ। ਇੱਕ ਹੋਰ ਮਾਮਲੇ ਵਿੱਚ ਇੱਕ ਫਲਾਈਟ ਗ੍ਰੀਸ ਦੇ ਹਵਾਈ ਅੱਡੇ ਤੇ ਲੈਂਡ ਹੋਣ ਤੋਂ ਬਾਅਦ ਰਨਵੇ ਉੱਤੇ ਮੌਜੂਦ ਰੁਕਾਵਟ ਨਾਲ ਟਕਰਾ ਗਿਆ, ਜਿਸ ਕਾਰਨ ਵਿਮਾਨ ਦੇ ਪੰਖ ਗੰਭੀਰ ਤੌਰ ਤੇ ਨੁਕਸਾਨੇ ਗਏ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਇਲਾਕੇ ਦੇ ਪਿੰਡਾਂ ਵਿੱਚ ਫਿਰਕੂ ਤਣਾਅ ਦੀ ਸੰਭਾਵਨਾ ਕਾਰਨ ਲਗਾਇਆ ਗਿਆ ਕਰਫਿਊ 26 ਜੂਨ ਤੱਕ ਵਧਾ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। 13 ਜੂਨ ਨੂੰ ਇੱਕ ਹਿੰਦੂ ਮੁਸਲਿਮ ਜੋੜੇ ਦੇ ਕਥਿਤ ਤੌਰ ਤੇ ਭੱਜਣ ਨੂੰ ਲੈ ਕੇ ਸਮੂਹਾਂ ਦੇ ਵਿਚਕਾਰ ਝੜਪ ਹੋਈ ਸੀ। ਤਾਂ ਦੱਸਵਾਂ ਕਿ ਵੀਰਵਾਰ ਰਾਤ ਨੂੰ ਜਾਰੀ ਕੀਤੇ ਗਏ ਇੱਕ ਹੁਕਮ ਵਿੱਚ ਕਿਹਾ ਗਿਆ ਕਿ ਫਿਰਕੂ ਤਣਾਅ ਅਤੇ ਅਸਥਿਰ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਕਾਰਨ ਪਾਉਂਟਾ ਸਬ ਡਿਵੀਜ਼ਨ ਦੇ ਮਜ਼ਰਾ ਥਾਣੇ ਅਧੀਨ ਆਉਂਦੇ 5 ਪਿੰਡਾਂ ਕਿਰਤਪੁਰ, ਮਾਲਿਓ, ਫਤਿਹਪੁਰ, ਮਿਸਰਵਾਲਾ ਅਤੇ ਮਾਜਰਾ ਵਿੱਚ 13 ਜੂਨ ਤੋਂ ਲਗਾਏ ਗਏ ਮਨਾਹੀ ਦੇ ਹੁਕਮ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਿਯੰਕਾ ਵਰਮਾ ਨੇ 26 ਜੂਨ ਤੱਕ ਵਧਾ ਦਿੱਤਾ ਹੈ। ਭਾਰਤੀ ਸਿਵਲ ਸੁਰੱਖਿਆ ਕੋਡ 2023 ਦੀ ਧਾਰਾ 163 ਦੇ ਤਹਿਤ ਜਾਰੀ ਕੀਤੇ ਗਏ ਹੁਕਮ ਦੇ ਅਨੁਸਾਰ ਇਨ੍ਹਾਂ ਪਿੰਡਾਂ ਦੀਆਂ ਸੀਮਾਵਾਂ ਦੇ ਅੰਦਰ 5 ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਘਾਤਕ ਹਥਿਆਰ ਲੈ ਕੇ ਜਾਣ, ਜਨਤਕ ਰੈਲੀ ਕਰਨ, ਜਲੂਸ ਕੱਢਣ ਜਾਂ ਭੁੱਖ ਹੜਤਾਲ ਕਰਨ, ਕਿਸੇ ਵੀ ਤਰ੍ਹਾਂ ਦੀ ਜਲਨਸ਼ੀਲ ਸਮੱਗਰੀ ਲੈ ਕੇ ਜਾਣ, ਪੱਥਰ ਮਾਰਨ ਜਾਂ ਜਨਤਕ ਥਾਵਾਂ ਤੇ ਕੋਈ ਇਤਰਾਜ਼ਯੋਗ ਸਮੱਗਰੀ ਸੁੱਟਣ ਅਤੇ ਭੜਕਾਊ ਭਾਸ਼ਣ ਦੇਣ ਜਾਂ ਫਿਰਕੂ ਜਾਂ ਰਾਜ ਵਿਰੋਧੀ ਭਾਸ਼ਣ ਦੇਣ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਹਨਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਨਿਸ਼ਾਨ ਸਿੰਘ ਨੇਗੀ ਤੋਂ ਰਿਪੋਰਟ ਮਿਲੀ ਹੈ ਕਿ ਪਹਿਲਾਂ ਕੀਤੇ ਗਏ ਰੋਕਥਾਮ ਉਪਾਵਾਂ ਦੇ ਬਾਵਜੂਦ ਕਾਨੂੰਨ ਵਿਵਸਥਾ ਦੀ ਸਥਿਤੀ ਬਣੀ ਹੋਈ ਹੈ। ਫਿਰਕੂ ਤਣਾਅ ਦੀ ਸਥਿਤੀ ਕਾਰਨ ਅਸਥਿਰਤਾ, ਜਿਸ ਵਿੱਚ ਹਾਲ ਹੀ ਵਿੱਚ ਆਗੂਆਂ ਵੱਲੋਂ ਜਨਤਕ ਤੌਰ ਤੇ ਭੜਕਾਊ ਭਾਸ਼ਣ ਦੇਣ ਦੀਆਂ ਘਟਨਾਵਾਂ ਸ਼ਾਮਲ ਹਨ। 13 ਜੂਨ ਨੂੰ ਪੱਤਰਬਾਜ਼ੀ ਦੀ ਘਟਨਾ ਤੋਂ ਬਾਅਦ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਸੀ, ਜਿਸ ਵਿੱਚ ਪੁਲਿਸ ਅਤੇ ਔਰਤਾਂ ਸਮੇਤ 10 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਮਾਮਲੇ ਵਿੱਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਰਾਜੀਵ ਬਿੰਦਲ ਅਤੇ ਪਾਉਂਟਾ ਦੇ ਭਾਜਪਾ ਵਿਧਾਇਕ ਸੁਖਰਾਮ ਚੌਧਰੀ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਵਿੱਚ ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਸਿੱਖ ਭਾਈਚਾਰਾ ਭੜਕ ਗਿਆ ਹੈ ਅਤੇ ਪਾਉਂਟਾ ਸਾਹਿਬ ਵਿੱਚ ਪ੍ਰਦਰਸ਼ਨ ਦੌਰਾਨ ਭਾਜਪਾ ਨੇ ਚੀਮਾ ਕੀਮਾ ਨਹੀਂ ਚਲੇਂਗੇ ਦਾ ਨਾਰਾ ਵੀ ਲਗਾਇਆ। ਇਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਠੇਸ ਪਹੁੰਚੀ ਹੈ। ਸਿੱਖ ਭਾਈਚਾਰੇ ਦੀ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਤੇ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਪਸ਼ਟੀਕਰਨ ਦਿੱਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਇਸ ਦੇ 5 ਹੋਰ ਸਾਥੀ ਫਰਾਰ ਦੱਸੇ ਗਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਕਾਰਵਾਈ ਫਿਰੌਤੀ ਮੰਗਣ ਦੇ ਮਾਮਲੇ 'ਚ ਕੀਤੀ ਹੈ। ਦਰਅਸਲ ਉਹਨਾਂ ਨੇ ਲੋਪੋਕੇ ਥਾਣੇ ਅਧੀਨ ਪੈਂਦੇ ਪਿੰਡ ਭਿਲੋਵਾਲ ਦੇ ਇੱਕ ਡਾਕਟਰ ਨੂੰ ਫੋਨ ਕਰਕੇ 30 ਲੱਖ ਦੀ ਫਿਰੌਤੀ ਮੰਗੀ ਸੀ, ਪਰ ਜਦੋਂ ਡਾਕਟਰ ਨੇ ਪੈਸੇ ਨਹੀਂ ਦਿੱਤੇ ਤਾਂ ਉਹਨਾਂ ਨੇ 4 ਜੂਨ ਨੂੰ ਡਾਕਟਰ ਦੇ ਘਰ ਦੇ ਬਾਹਰ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਦਾ ਨਾਮ ਸਾਹਮਣੇ ਆਇਆ, ਜਿਸ ਦੇ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਲ ਦੇ ਰਹਿਣ ਵਾਲੇ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਇੱਕ ਗੈਰ ਕਾਨੂੰਨੀ 30 ਬੋਰ ਪਿਸਤੌਲ ਬਰਾਮਦ ਕੀਤਾ।
ਗੁਰਲਾਲ ਤੋਂ ਇਲਾਵਾ ਪੁਲਿਸ ਨੂੰ ਲੋੜੀਂਦੇ ਉਸਦੇ 5 ਸਾਥੀਆਂ ਦੀ ਭਾਲ ਵੀ ਹੈ, ਜਿਨ੍ਹਾਂ ਵਿੱਚੋਂ 3 ਕਬੱਡੀ ਖਿਡਾਰੀ ਹਨ। 에ਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਗੈਟਵਿਕ ਉਡਾਨਾਂ 15 ਜੁਲਾਈ ਤੱਕ ਰੱਦ ਕਰ ਦਿੱਤੀ ਹੈ। ਪਹਿਲਾਂ ਇਹ ਹਫ਼ਤੇ ਵਿੱਚ 3 ਉਡਾਨਾਂ ਭਰਦੀ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਬਰਗਿੰਘਮ ਉਡਾਨ ਨੂੰ ਹਫ਼ਤੇ ਵਿੱਚ 3 ਦਿਨਾਂ ਤੋਂ ਘਟਾ ਕੇ 2 ਦਿਨ ਕਰ ਦਿੱਤਾ ਗਿਆ ਹੈ। ਇਹ ਫੈਸਲਾ ਮੱਧ ਪੂਰਬ ਵਿੱਚ ਉਡਾਨ ਤੋਂ ਪਹਿਲਾਂ ਸੁਰੱਖਿਆ ਜਾਂਚਾਂ ਅਤੇ ਹਵਾਈ ਖੇਤਰ ਬੰਦ ਕਰਨ ਲਈ ਲਿਆ ਗਿਆ ਹੈ। ਹਵਾਈ ਖੇਤਰ ਬੰਦ ਹੋਣ ਕਾਰਨ ਉਡਾਨਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਵਾਧੂ ਸਮਾਂ ਲੱਗ ਰਿਹਾ ਸੀ। ਅਹਿਮਦਾਬਾਦ ਹਾਦਸੇ ਤੋਂ ਬਾਅਦ ਬੋਇੰਗ 787 ਅਤੇ 777 ਜਹਾਜ਼ਾਂ ਦੁਆਰਾ ਚਲਾਇਆ ਜਾਣ ਵਾਲੀਆਂ ਸੇਵਾਵਾਂ ਨੂੰ ਅਸਥਾਈ ਤੌਰ ਤੇ ਘਟਾ ਦਿੱਤਾ ਗਿਆ। ਇਹੀ ਇਸ ਬਦਲਾਅ ਦਾ ਕਾਰਨ ਹੈ। ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ 에ਅਰ ਇੰਡੀਆ ਦੀਆਂ ਕਈ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਹਨ। 2 ਦਿਨ ਪਹਿਲਾਂ ਮੰਗਲਵਾਰ ਨੂੰ 에ਅਰ ਇੰਡੀਆ ਦੀਆਂ ਕਈ ਅੰਤਰਰਾਸ਼ਟਰੀ ਉਡਾਨਾਂ ਰੱਦ ਕਰਨੀਆਂ ਪਈਆਂ ਸਨ। ਇਸ ਕਾਰਨ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦਿੱਲੀ ਤੋਂ ਪੈਰਿਸ, ਅਹਿਮਦਾਬਾਦ ਤੋਂ ਲੰਡਨ ਅਤੇ ਕਈ ਹੋਰ ਦੇਸ਼ਾਂ ਦੀਆਂ ਉਡਾਨਾਂ ਤਕਨੀਕੀ ਖਰਾਬੀ ਕਾਰਨ ਰੱਦ ਕਰਨੀਆਂ ਪਈਆਂ। 에ਅਰਲਾਈਨ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਾਜ਼ਮੀ ਪ੍ਰੀ ਫਲਾਈਟ ਜਾਂਚਾਂ ਵਿੱਚ ਸਮੱਸਿਆਵਾਂ ਕਾਰਨ AI-143 ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ 에ਅਰ ਇੰਡੀਆ ਦੀ ਵਾਪਸੀ ਸੇਵਾ AI-142 ਜੋ ਬੁੱਧਵਾਰ ਨੂੰ ਪੈਰਿਸ ਤੋਂ ਦਿੱਲੀ ਲਈ ਉਡਾਨ ਭਰਨ ਵਾਲੀ ਸੀ, ਜੋ ਕਿ ਰੱਦ ਕਰ ਦਿੱਤੀ ਗਈ। ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ 에ਅਰ ਇੰਡੀਆ ਦੀਆਂ ਕਈ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਹਨ। 2 ਦਿਨ ਪਹਿਲਾਂ ਮੰਗਲਵਾਰ ਨੂੰ ਵੀ 에ਅਰ ਇੰਡੀਆ ਦੀਆਂ ਕਈ ਅੰਤਰਰਾਸ਼ਟਰੀ ਉਡਾਨਾਂ ਰੱਦ ਕਰਨੀਆਂ ਪਈਆਂ ਸਨ। ਇਸ ਕਾਰਨ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦਿੱਲੀ ਤੋਂ ਪੈਰਿਸ, ਅਹਿਮਦਾਬਾਦ ਤੋਂ ਲੰਡਨ ਅਤੇ ਕਈ ਹੋਰ ਦੇਸ਼ਾਂ ਦੀਆਂ ਉਡਾਨਾਂ ਤਕਨੀਕੀ ਖਰਾਬੀ ਕਾਰਨ ਰੱਦ ਕਰਨੀਆਂ ਪਈਆਂ। 에ਅਰਲਾਈਨ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਾਜ਼ਮੀ ਪ੍ਰੀ ਫਲਾਈਟ ਜਾਂਚਾਂ ਵਿੱਚ ਸਮੱਸਿਆਵਾਂ ਕਾਰਨ AI-143 ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਬੁੱਧਵਾਰ ਨੂੰ ਪੈਰਿਸ ਤੋਂ ਦਿੱਲੀ ਲਈ ਉਡਾਨ ਭਰਨ ਵਾਲੀ 에ਅਰ ਇੰਡੀਆ ਦੀ ਵਾਪਸੀ ਸੇਵਾ AI-142 ਨੂੰ ਵੀ ਰੱਦ ਕਰ ਦਿੱਤਾ ਗਿਆ। ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL 2025 ਵਿੱਚ ਰਾਇਲ ਚੈਲੰਜਰਸ ਬੈਂਗਲੁਰੂ ਦੀ ਇਤਿਹਾਸਕ ਜਿੱਤ ਤੋਂ ਬਾਅਦ 4 ਜੂਨ ਨੂੰ ਹੋਈ ਵਿਕਟਰੀ ਪਰੇਡ ਦਾ ਭੱਜੜ ਅਤੇ 11 ਲੋਕਾਂ ਦੀ ਮੌਤ ਨੇ ਸੂਬਾ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ। ਇਸ ਪਿਛੋਕੜ 'ਚ ਕਰਨਾਟਕ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਅਤੇ ਕਰਾਊਡ ਕੰਟਰੋਲ ਬਿੱਲ 2025 ਦਾ ਖਰੜਾ ਤਿਆਰ ਕੀਤਾ। ਬੀਤੇ ਦਿਨ ਨੂੰ ਹੋਈ ਕੈਬਨਿਟ ਮੀਟਿੰਗ 'ਚ ਇਸ ਖਰੜੇ ਨੂੰ ਪੇਸ਼ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਅਗਲੀ ਮੀਟਿੰਗ 'ਚ ਰਸਮੀ ਪ੍ਰਵਾਨਗੀ ਮਿਲ ਸਕਦੀ ਹੈ। ਇਸ ਬਿੱਲ ਵਿੱਚ ਕੁਝ ਖਾਸ ਗੱਲਾਂ ਨੇ, ਜਿਵੇਂ ਬਿਨਾਂ ਇਜਾਜ਼ਤ ਜਨਤਕ ਸਮਾਗਮ ਆਯੋਜਿਤ ਕਰਨ ਤੇ 3 ਸਾਲ ਦੀ ਕੈਦ ਅਤੇ 5000 ਤੱਕ ਦਾ ਜੁਰਮਾਨਾ ਹੋਏਗਾ। ਜੇਕਰ ਸਮਾਗਮ ਕਿਸੇ ਦੀ ਮੌਤ ਜਾਂ ਸੱਟ ਦਾ ਕਾਰਨ ਬਣਦਾ ਹੈ ਤਾਂ ਇਸ ਨੂੰ ਇੱਕ ਗੰਭੀਰ ਅਪਰਾਧ ਮੰਨਿਆ ਜਾਵੇਗਾ। ਅਜਿਹੇ ਮਾਮਲੇ ਵਿੱਚ ਅਪਰਾਧ ਗੈਰ ਜ਼ਮਾਨਤੀ ਅਤੇ ਗੈਰ ਗਿਣਤੀਯੋਗ ਹੋਣਗੇ। ਅਪਰਾਧਾਂ ਦੀ ਸੁਣਵਾਈ ਪਹਿਲੇ ਦਰਜੇ ਦੇ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਕੀਤੀ ਜਾਵੇਗੀ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਨੂੰਨ ਧਾਰਮਿਕ ਅਤੇ ਰਵਾਇਤੀ ਸਮਾਗਮਾਂ ਤੇ ਲਾਗੂ ਨਹੀਂ ਹੋਵੇਗਾ। ਮੇਲਾ, ਰਥ ਯਾਤਰਾ, ਉਰਸ, ਪਾਲਕੀ ਉਤਸਵ ਅਤੇ ਕਿਸ਼ਤੀ ਉਤਸਵ ਵਰਗੇ ਸਮਾਗਮਾਂ ਨੂੰ ਬਿੱਲ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਪਹਿਲੀ ਵਾਰ ਬਿੱਲ 'ਚ ਇਵੈਂਟ ਯੋਜਨਾਕਾਰ ਦੀ ਕਾਨੂੰਨੀ ਪਰਿਭਾਸ਼ਾ ਨਿਰਧਾਰਿਤ ਕੀਤੀ ਗਈ ਹੈ। ਇਸ ਵਿੱਚ ਉਹ ਸਾਰੇ ਵਿਅਕਤੀ ਜਾਂ ਸਮੂਹ ਸ਼ਾਮਲ ਹੋਣਗੇ ਜੋ ਸਰਕਾਰ ਦੁਆਰਾ ਸੂਚਿਤ ਵੱਡੇ ਸਮਾਗਮਾਂ ਦਾ ਆਯੋਜਿਤ ਕਰਦੇ ਹਨ, ਜਿਵੇਂ ਕਿ ਰਾਜਨੀਤਿਕ ਰੈਲੀਆਂ, ਖੇਡ ਸਮਾਗਮ, ਕਾਨਫਰੰਸ। ਜੇਕਰ ਪ੍ਰਬੰਧਕ ਪੁਲਿਸ ਦੀ ਇਜਾਜ਼ਤ ਤੋਂ ਬਿਨਾਂ ਸਮਾਗਮਾਂ ਦਾ ਆਯੋਜਨ ਕਰਦੇ ਹਨ, ਭੀੜ ਨੂੰ ਕੰਟਰੋਲ ਕਰਨ ਵਿੱਚ ਸਫਲ ਰਹਿੰਦੇ ਹਨ, ਨੁਕਸਾਨ ਲਈ ਮੁਆਵਜ਼ਾ ਲੈਣ ਤੋਂ ਬਚਦੇ ਹਨ, ਤਾਂ ਉਹਨਾਂ ਨੂੰ 3 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। 3 ਜੂਨ ਨੂੰ RCB ਨੇ ਪੰਜਾਬ ਕਿੰਗਸ ਨੂੰ ਹਰਾ ਕੇ ਪਹਿਲੀ ਵਾਰ IPL ਖਿਤਾਬ ਜਿੱਤਿਆ। ਅਗਲੇ ਦਿਨ 4 ਜੂਨ ਨੂੰ ਬੈਂਗਲੁਰੂ ਵਿੱਚ ਇੱਕ ਜਿੱਤ ਪਰੇਡ ਦਾ ਆਯੋਜਨ ਕੀਤਾ ਗਿਆ ਸੀ, ਪਰ ਭੀੜ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿਣ ਕਾਰਨ 11 ਲੋਕਾਂ ਦੀ ਇੱਥੇ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ ਸਨ। RCB ਪ੍ਰਬੰਧਨ, KSCA ਅਤੇ BCCI ਨੇ ਇਸ ਮਾਮਲੇ ਵਿੱਚ ਜ਼ਿੰਮੇਵਾਰੀ ਤੋਂ ਭੱਜ ਗਏ, ਜਿਸ ਕਾਰਨ ਹਾਈ ਕੋਰਟ ਨੇ 5 ਜੂਨ ਨੂੰ ਦਖਲ ਦੇਣਾ ਪਿਆ। ਰਾਸ਼ਟਰ ਦੀ ਪਛਾਣ ਦੀ ਆਤਮਾ ਵਜੋਂ ਭਾਰਤੀ ਭਾਸ਼ਾਵਾਂ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਭਾਰਤ ਦੀ ਭਾਸ਼ਾਈ ਵਿਰਾਸਤ ਨੂੰ ਮੁੜ ਪ੍ਰਾਪਤ ਕੀਤਾ ਜਾਵੇ ਅਤੇ ਮੂਲ ਭਾਸ਼ਾਵਾਂ ਵਿੱਚ ਮਾਣ ਨਾਲ ਦੁਨੀਆ ਦੀ ਅਗਵਾਈ ਕੀਤੀ ਜਾਵੇ। ਸਾਬਕਾ ਸਿਵਲ ਸੇਵਕ IAS ਆਸ਼ੂਤੋਸ਼ ਅਗਨੀਹੋਤਰੀ ਦੁਆਰਾ ਲਿਖੀ ਕਿਤਾਬ ਮੈਂ ਬੂੰਦ ਸਵੈਮ ਖੁਦ ਸਾਗਰ ਹੂੰ ਦੇ ਲਾਂਚ ਮੌਕੇ ਬੋਲਦਿਆਂ ਸ਼ਾਹ ਨੇ ਕਿਹਾ, ਇਸ ਦੇਸ਼ ਵਿੱਚ ਅੰਗਰੇਜ਼ੀ ਬੋਲਣ ਵਾਲੇ ਜਲਦੀ ਸ਼ਰਮਿੰਦਾ ਹੋਣਗੇ। ਅਜਿਹੇ ਸਮਾਜ ਦੀ ਸਿਰਜਣਾ ਜ਼ਰੂਰ ਨਹੀਂ ਹੈ, ਸਿਰਫ ਦ੍ਰਿੜ ਇਰਾਦੇ ਵਾਲੇ ਹੀ ਬਦਲਾ ਲਿਆ ਸਕਦੇ ਹਨ। ਸੋ ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ ਦੀਆਂ ਭਾਸ਼ਾਵਾਂ ਸਾਡੀ ਸੰਸਕ੍ਰਿਤੀ ਦੇ ਰਤਨ ਹਨ। ਸਾਡੀਆਂ ਭਾਸ਼ਾਵਾਂ ਤੋਂ ਬਿਨਾਂ ਅਸੀਂ ਸੱਚੇ ਭਾਰਤੀ ਨਹੀਂ ਰਹਿ ਸਕਦੇ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਕੋਈ ਵੀ ਵਿਦੇਸ਼ੀ ਭਾਸ਼ਾ ਆਪਣੇ ਦੇਸ਼, ਆਪਣੀ ਸੰਸਕ੍ਰਿਤੀ, ਆਪਣੇ ਇਤਿਹਾਸ ਅਤੇ ਆਪਣੇ ਧਰਮ ਨੂੰ ਸਮਝਣ ਲਈ ਕਾਫੀ ਨਹੀਂ ਹੋ ਸਕਦੀ। ਅਧੂਰੀਆਂ ਵਿਦੇਸ਼ੀ ਭਾਸ਼ਾਵਾਂ ਰਾਹੀਂ ਇੱਕ ਸੰਪੂਰਨ ਭਾਰਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮੈਂ ਪੂਰੀ ਤਰ੍ਹਾਂ ਜਾਣਦਾ ਹਾਂ ਕਿ ਇਹ ਲੜਾਈ ਕਿੰਨੀ ਔਖੀ ਹੈ, ਪਰ ਮੈਨੂੰ ਵਿਸ਼ਵਾਸ ਹੈ ਕਿ ਭਾਰਤੀ ਸਮਾਜ ਇਸ ਨੂੰ ਜਿੱਤ ਲਵੇਗਾ।
ਇੱਕ ਵਾਰ ਫਿਰ ਆਤਮ ਸਨਮਾਨ ਨਾਲ ਅਸੀਂ ਆਪਣੇ ਦੇਸ਼ ਨੂੰ ਆਪਣੀਆਂ ਭਾਸ਼ਾਵਾਂ ਦੇ ਵਿੱਚ ਚਲਾਵਾਂਗੇ ਅਤੇ ਦੁਨੀਆ ਦੀ ਅਗਵਾਈ ਵੀ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬਣਾਏ ਗਏ ਪੰਜ ਪ੍ਰਾਣ ਯਾਨੀ ਕਿ ਪੰਜ ਵਾਅਦੇ ਨੂੰ ਰੇਖਾਂਕਿਤ ਕਰਦੇ ਹੋਏ ਸ਼ਾਹ ਨੇ ਕਿਹਾ ਇਹ ਪੰਜ ਵਾਅਦੇ ਦੇਸ਼ ਦੇ 130 ਕਰੋੜ ਲੋਕਾਂ ਦਾ ਸੰਕਲਪ ਬਣ ਗਏ ਹਨ। ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਅੰਮ੍ਰਿਤ ਕਾਲ ਲਈ ਪਹੁੰਚ ਪੰਜ ਪ੍ਰਾਣ ਦਾ ਨੀਂਹ ਰੱਖੀ ਹੈ। ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨਾ, ਗੁਲਾਮੀ ਦੇ ਹਰ ਨਿਸ਼ਾਨ ਤੋਂ ਛੁਟਕਾਰਾ ਪਾਉਣਾ, ਆਪਣੀ ਵਿਰਾਸਤ ਦੇ ਮਾਣ ਕਰਨਾ, ਏਕਤਾ ਪ੍ਰਤੀ ਵਚਨਬੱਧਤਾ ਹੋਣਾ ਅਤੇ ਹਰ ਨਾਗਰਿਕ ਵਿੱਚ ਫਰਜ਼ ਦੀ ਭਾਵਨਾ ਪੈਦਾ ਕਰਨਾ। ਇਹ ਪੰਜ ਵਾਅਦੇ 130 ਕਰੋੜ ਲੋਕਾਂ ਦਾ ਸੰਕਲਪ ਬਣ ਗਏ ਹਨ। ਇਸ ਲਈ 2047 ਤੱਕ ਅਸੀਂ ਸਿਖਰ ਤੇ ਹੋਵਾਂਗੇ ਅਤੇ ਸਾਡੀਆਂ ਭਾਸ਼ਾਵਾਂ ਇਸ ਯਾਤਰਾ ਵਿੱਚ ਮੁੱਖ ਭੂਮਿਕਾ ਨਿਭਾਉਣਗੀਆਂ। ਸਾਬਕਾ ਸਿਵਲ ਸੇਵਕ IAS ਆਸ਼ੂਤੋਸ਼ ਅਗਨੀਹੋਤਰੀ ਦੁਆਰਾ ਲਿਖੀ ਗਈ ਕਿਤਾਬ ਤੇ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਿਖਲਾਈ ਵਿੱਚ ਬਦਲਾਅ ਦੀ ਲੋੜ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਔਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਰੀ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।